और इस तो रिक्वेस्ट करा डॉक्टर दलजीत सिंह फॉर्मर वीसी साहब ਨੂੰ ਉਹ ਇਹ ਦੱਸਣ ਕਿ ਜਿਹੜਾ ਟੀਚਰ ਡਿਪਾਰਟਮੈਂਟ ਹੈਗਾ ਆ ਉਹਦੇ ਚ ਡਿਸਪਲਿਨ ਦੀ ਕਿੰਨੀ ਕੁ ਜ਼ਰੂਰਤ ਹੈਗੀ ਆ ਤੇ ਇਹ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਡੇ ਜਿਹੜੇ ਫੰਕਸ਼ਨ ਹੁੰਦੇ ਰਹੇ ਉਹਨਾਂ ਦੇ ਵਿੱਚ ਆਪਣਾ ਪਾਰਟਿਸਿਪੇਟ ਕੀਤਾ ਔਰ ਅੱਜ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਟੀਚਰਸ ਦੇ ਵਿੱਚ ਜਿਹੜਾ ਡਿਸਪਲਿਨ ਹੋਣਾ ਉਹਦੀ ਕੀ ਮਹਾਨਤਾ ਹੈਗੀ ਆ ਕਿੰਨੀ ਕੁ ਜ਼ਰੂਰੀ ਹੈਗਾ ਆ ਮੈਂ ਰਿਕੁਐਸਟ ਕਰਾਂ ਡਾਕਟਰ ਦਲਜੀਤ ਸਿੰਘ ਜੀ ਫਾਰਮਰ ਵੀਸੀ ਸਾਹਿਬ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪਾਰਟਿਸਪੈਂਟਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਮੁਬਾਰਕਬਾਦ ਦਿੰਦਾ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇੰਨਾ ਸੋਹਣਾ ਵਿਸ਼ਾ ਚੁਣਿਆ ਤੇ ਜਿਹੜਾ ਕਿ ਸਾਡੇ ਦਿਲ ਦੇ ਬਹੁਤ ਕਰੀਬ ਵੀ ਹੈ ਕਿਉਂਕਿ ਕੋਈ ਵੀ ਅਕੈਡਮੀਸ਼ੀਅਨ ਨੂੰ ਆਪਣੇ ਵਿਸ਼ੇ ਦੇ ਬਾਰੇ ਦੇ ਵਿੱਚ ਪ੍ਰੈਕਟੀਕਲ ਐਕਸਪੀਰੀਅੰਸ ਵੀ ਹੋਇਆ ਕਰਦਾ ਥਿਓਰੀਟੀਕਲ ਤਾਂ ਚਲੋ ਹੁੰਦਾ ਹੀ ਹੈ। ਮੈਂ ਸ਼ੁਰੂ 'ਚ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੂੰਗਾ ਕਿ ਮੇਰਾ ਸ਼ੁਰੂ ਤੋਂ ਜਿਹੜਾ ਟੀਚਿੰਗ ਦਾ ਐਕਸਪੀਰੀਅੰਸ ਰਿਹਾ ਉਹ ਯੂਨੀਵਰਸਿਟੀ ਦੇ ਵਿੱਚ ਜਾਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਰਿਹਾ ਲੇਕਿਨ ਸਕੂਲ ਦੇ ਟਾਈਮ ਦੀਆਂ ਮੇਰੀਆਂ ਆਪਣੀਆਂ ਯਾਦਾਂ ਨੇ ਜਦੋਂ ਮੈਂ ਉਹਨਾਂ ਨੂੰ ਕੰਪੇਅਰ ਕਰਦਾ ਅੱਜ ਦੇ ਸਿਸਟਮ ਦੇ ਨਾਲ ਤਾਂ ਉਹ ਕੁਛ ਇੱਕ ਪੁਆਇੰਟ ਸਾਹਮਣੇ ਉੱਭਰ ਕੇ ਆਉਂਦੇ ਨੇ। ਤਾਂ ਜਿਹੜਾ ਮੈਨੂੰ ਤੁਸੀਂ ਅਨੁਸ਼ਾਸਨ ਦਾ ਜਾਂ ਡਿਸਿਪਲਿਨ ਦਾ ਵਿਸ਼ਾ ਦਿੱਤਾ ਹੈ ਬੜਾ ਹੀ ਮਹੱਤਵਪੂਰਨ ਹੈ। ਐਕਚੁਅਲੀ ਜੇ ਦੇਖਿਆ ਜਾਵੇ ਤਾਂ ਕਿਸੇ ਸਕੂਲ ਜਾਂ ਕਾਲਜ ਡਿਸਿਪਲਿਨ ਤੋਂ ਬਿਨਾਂ ਜਾਂ ਯੂਨੀਵਰਸਿਟੀ ਡਿਸਿਪਲਿਨ ਤੋਂ ਬਿਨਾਂ ਅਧੂਰੀ ਹੈ। ਡਿਸਿਪਲਿਨ ਅਸੀਂ ਅਕੈਡਮਿਕ ਵਾਲੇ ਪਾਸੇ ਤਾਂ ਜ਼ਰੂਰ ਸਾਰੇ ਬੜਾ ਜ਼ੋਰ ਦਿੰਦੇ ਹਾਂ ਜਾਂ ਆਪਾਂ ਸਾਰਾ ਕੁਝ ਡਿਸਕਸ਼ਨਸ ਕਰਦੇ ਹਾਂ ਪਰ ਅਨੁਸ਼ਾਸਨ ਤੋਂ ਬਿਨਾਂ ਬਾਕੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਧੂਰੀ ਆ ਔਰ ਡਿਸਿਪਲਿਨ ਰੀੜ ਦੀ ਹੱਡੀ ਹੈ। ਇਸ ਕਰਕੇ ਇਸ ਮਹੱਤਵਪੂਰਨ ਵਿਸ਼ੇ ਨੂੰ ਵੀ ਸਾਨੂੰ ਨਾਲ ਦੀ ਨਾਲ ਹਰ ਇੰਸਟੀਟਿਊਸ਼ਨ ਦੇ ਵਿੱਚ ਦੇਖਣਾ ਚਾਹੀਦਾ ਚਾਹੇ ਸਕੂਲ ਹੋਵੇ ਕਾਲਜ ਹੋਵੇ ਜਾਂ ਯੂਨੀਵਰਸਿਟੀ ਹੋਵੇ। ਔਰ ਜੇ ਹੁਣ ਆਪਾਂ ਡਿਸਿਪਲਿਨ ਦੀ ਗੱਲ ਕਰੀਏ ਤਾਂ ਡਿਸਿਪਲਿਨ ਹੈ ਕੀ ਹੈ। ਡਿਸਿਪਲਿਨ ਬੇਸਿਕਲੀ ਜੇ ਆਪਾਂ ਸਿੰਪਲ ਜਿਹੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਹ ਅਨੁਸ਼ਾਸਨ ਹੋਇਆ ਜਿਹਦੇ ਵਿੱਚ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਜੋ ਵੀ ਰੂਲਸ ਨੇ ਜਾਂ ਪਾਰਟੀਕੂਲਰ ਜਾਂ ਕੋਈ ਜਿਹੜੇ ਕੰਡਕਟ ਹੈ ਜਾਂ ਸਟੈਂਡਰਡਸ ਨੇ ਪ੍ਰਿਸਕ੍ਰਾਈਬਡ ਉਹਨਾਂ ਨੂੰ ਮੰਨਿਆ ਜਾਵੇ ਜਾਂ ਮਨਾਇਆ ਜਾਵੇ। ਤੋ ਇਸ ਦੇ ਲਈ ਸਾਨੂੰ ਕੀ ਸਟੈਪ ਹੋਣੇ ਚਾਹੀਦੇ ਨੇ ਜਾਂ ਕਿਹੜੇ ਸਟੇਕ ਹੋਲਡਰਸ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ। ਅਨੁਸ਼ਾਸਨ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਵਿਦਿਆਰਥੀ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਡਿਸਿਪਲਿਨ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਮੁਤਾਬਕ 4 ਸਟੇਕ ਹੋਲਡਰਸ ਨੇ ਇਹਦੇ ਵਿੱਚ। ਸਭ ਤੋਂ ਪਹਿਲਾਂ ਪੇਰੈਂਟਸ, ਦੂਜੇ ਨੰਬਰ ਤੇ ਟੀਚਰਸ, ਤੀਜੇ ਨੰਬਰ ਤੇ ਹੈਡ ਆਫ ਦਾ ਇੰਸਟੀਟਿਊਸ਼ਨ ਚਾਹੇ ਉਹ ਸਕੂਲ ਹੈ ਚਾਹੇ ਉਹ ਕਾਲਜ ਹੈ ਚਾਹੇ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਜਾਂ ਪ੍ਰਿੰਸੀਪਲ ਨੇ ਜਾਂ ਹੈਡਮਾਸਟਰ ਨੇ ਤੇ ਚੌਥੇ ਨੇ ਮੈਨੇਜਮੈਂਟ। ਇਹ 4 ਸਟੇਕ ਹੋਲਡਰਸ ਨੇ ਔਰ ਇਹ ਇੱਕ ਸਰਕਲ ਹੈ। ਜੇ ਚਾਰੇ ਇਕੱਠੇ ਹੋ ਕੇ ਅਸੀਂ ਕਹੀਏ ਕਿ ਡਿਸਿਪਲਿਨ ਵਾਲੇ ਪਾਸੇ ਅਨੁਸ਼ਾਸਨ ਵਾਲੇ ਪਾਸੇ ਆਪਣੀਆਂ ਐਫਰਟਸ ਕਰਨ ਤਾਂ ਬਹੁਤ ਹੀ ਇੱਕ ਅੱਛਾ ਇਨਸਾਨ ਸਿਰਫ ਵਿਦਿਆਰਥੀ ਨਹੀਂ ਬਲਕਿ ਇੱਕ ਬਹੁਤ ਅੱਛਾ ਇਨਸਾਨ ਅਸੀਂ ਬਣਾ ਕੇ ਇਸ ਦੁਨੀਆ ਦੇ ਵਿੱਚ ਲਿਆ ਸਕਦੇ ਹਾਂ। ਦੇਖੋ ਡਿਸਿਪਲਿਨ ਜਿਹੜਾ ਹੈ ਉਹ ਸਿੰਪਲੀ ਬੱਚੇ ਨੂੰ ਸਿੱਖਿਆ ਤੱਕ ਹੀ ਸੀਮਿਤ ਨਹੀਂ ਕਰਦਾ ਬਲਕਿ ਉਹ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਵਿੱਚ ਸਹਾਈ ਹੁੰਦਾ। ਜਿੱਦਾਂ ਕਿ ਡਾਕਟਰ ਮਜੀਦਾ ਭੱਟ ਜੀ ਨੇ ਗੱਲ ਕੀਤੀ ਸੀ ਬੜੀ ਅੱਛੀ ਗੱਲ ਕੀਤੀ ਸੀ ਕਿ ਸ਼ੁਰੂ ਤੋਂ ਹੀ ਬੱਚਾ ਸਿੱਖਣਾ ਸ਼ੁਰੂ ਕਰ ਦਿੰਦਾ। ਉਹਦੇ ਸਭ ਤੋਂ ਪਹਿਲਾਂ ਟੀਚਰ ਹੀ ਜਿਹੜੇ ਨੇ ਉਹਦੇ ਪੇਰੈਂਟਸ ਹੋਇਆ ਕਰਦੇ ਨੇ ਔਰ ਉਹਨਾਂ ਨੇ ਤਾਂ ਜਿਹੜੀ ਗੱਲ ਹੈ ਕਿ ਮਾਂ ਦੇ ਕੁੱਖ ਦੇ ਵਿੱਚੋਂ ਹੀ ਬੱਚਾ ਸਿੱਖਣਾ ਸ਼ੁਰੂ ਹੁੰਦਾ ਔਰ ਇਹ ਬਿਲਕੁਲ ਸਹੀ ਗੱਲ ਹੈ ਕਿ ਘਰ ਦੇ ਵਿੱਚ ਤੋਂ ਹੀ ਜਿਹੜਾ ਇੱਕ ਡਿਸਿਪਲਿਨ ਜਾਂ ਇੱਕ ਅਨੁਸ਼ਾਸਨ ਹੈ ਉਹ ਬੱਚੇ ਦੇ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਬੈਠਦਾ ਔਰ ਉਹ ਹਮੇਸ਼ਾ ਦੇ ਲਈ ਉੱਥੋਂ ਚੱਲਦਾ ਰਹਿੰਦਾ। ਦੂਸਰੇ ਨੇ ਸਾਡੇ ਟੀਚਰ ਜਿਹਦੇ ਬਾਰੇ ਤੁਸੀਂ ਮੈਨੂੰ ਪਾਰਟੀਕੂਲਰਲੀ ਕਿਹਾ ਕਿ ਅਨੁਸ਼ਾਸਨ ਟੀਚਰ 'ਚ ਕਿੰਨਾ ਅਨੁਸ਼ਾਸਨ ਹੋਣਾ ਚਾਹੀਦਾ ਮੈਂ ਇਸ ਨੂੰ ਲੈ ਲੈਣਾ ਥੋੜ੍ਹਾ ਜਿਹਾ ਬਾਅਦ ਦੇ ਵਿੱਚ। ਤੀਜਾ ਜਿਹੜਾ ਹੈਗਾ ਹੈਡ ਆਫ ਦੀ ਇੰਸਟੀਟਿਊਸ਼ਨ ਮੈਂ ਇਸ ਨੂੰ ਤੇ ਕਲੱਬ ਕਰਾਂਗਾ ਟੀਚਰਸ ਦੇ ਨਾਲ। ਤੇ ਚੌਥੇ ਮੈਨੇਜਮੈਂਟ ਕਿਸੇ ਵੀ ਕਾਲਜ ਦੀ ਚਾਹੇ ਸਕੂਲ ਦੀ ਜਾਂ ਯੂਨੀਵਰਸਿਟੀ ਦੀ ਚਾਹੇ ਉਹ ਸਰਕਾਰ ਹੋਵੇ ਚਾਹੇ ਪ੍ਰਾਈਵੇਟ ਮੈਨੇਜਮੈਂਟ ਹੋਵੇ ਉਸ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਉਸ ਨੇ ਹੀ ਆਪਣੇ ਹੈਡ ਆਫ ਦੀ ਇੰਸਟੀਟਿਊਸ਼ਨ ਨੂੰ ਫ੍ਰੀ ਹੈਂਡ ਦੇਣਾ ਹੁੰਦਾ ਕਿ ਉਹ ਕਿਸ ਤਰੀਕੇ ਦੇ ਨਾਲ ਕਿਉਂਕਿ ਮੈਨੇਜਮੈਂਟ ਦੇ ਵਿੱਚ ਆਮ ਤੌਰ ਤੇ ਅਕੈਡਮੀਸ਼ੀਅਨ ਬੰਦੇ ਨਹੀਂ ਹੁੰਦੇ ਹੈਗੇ।
ਬਹੁਤ ਘੱਟ ਇਹੋ ਜਿਹੀਆਂ ਅਕੈਡਮਿਕ ਇੰਸਟੀਟਿਊਸ਼ਨਸ ਹੋਣਗੀਆਂ ਜਾਂ ਸਕੂਲ ਹੋਣਗੇ ਜਿੱਥੇ ਅਕੈਡਮਿਸ਼ੀਅਨਸ ਬੈਠੇ ਹੋਣਗੇ, ਉਹਨਾਂ ਨੂੰ ਪਤਾ ਹੈ। ਲੇਕਿਨ ਦੂਸਰੇ ਜਿਹੜੇ ਆਮ ਮੈਂ ਦੇਖਣ 'ਚ ਆਇਆ, ਜੇ ਮੈਂ ਪੰਜਾਬ ਦੀ ਗੱਲ ਕਰ ਲਵਾਂ ਪਾਰਟੀਕੂਲਰਲੀ, ਤਾਂ ਉੱਥੇ ਤਾਂ ਦੁਕਾਨਦਾਰ ਸਾਨੂੰ ਪਤਾ ਕਿ ਇਸ ਵਕਤ ਮੈਨੇਜਮੈਂਟ ਸਾਂਭੀ ਬੈਠੇ ਨੇ ਵੱਡੀਆਂ ਵੱਡੀਆਂ ਇੰਸਟੀਟਿਊਸ਼ਨਸ ਦੀ, ਜਾਂ ਬਿਜ਼ਨਸਮੈਨ ਸਾਂਭੀ ਬੈਠੇ ਨੇ। ਤੋ ਉਸ ਕੰਸਰਨ ਦੇ ਵਿੱਚ ਸਾਨੂੰ ਮੈਨੇਜਮੈਂਟ ਨੂੰ ਵੀ ਇਹ ਸੁਚੇਤ ਕਰਨ ਦੀ ਲੋੜ ਹੈ ਕਿ ਡਿਸਪਲਿਨ ਦੀ ਕਿੰਨੀ ਇੰਪੋਰਟੈਂਸ ਹੈ, ਔਰ ਇਹ ਡਿਸਪਲਿਨ ਜਿਹੜਾ ਵਿਦਿਆਰਥੀ ਦੇ ਉੱਤੇ ਜਾਂ ਟੀਚਰਸ ਦੇ ਉੱਤੇ ਉਹ ਹੈਡ ਆਫ ਦੀ ਇੰਸਟੀਟਿਊਸ਼ਨ ਦੇ ਹੱਥ ਦੇ ਦੇਣਾ ਚਾਹੀਦਾ। ਔਰ ਜਿੱਥੋਂ ਤੱਕ ਟੀਚਰਸ ਦੀ ਗੱਲ, ਜੇ ਆਪਾਂ ਹੁਣ ਡਿਸਪਲਿਨ ਦੀ ਗੱਲ ਕਰਨੀ ਹੈ, ਤੇ ਡਿਸਪਲਿਨ ਨੂੰ ਅੱਗੇ ਜੇ ਅਸੀਂ ਲੈ ਕੇ ਤੁਰੀਏ ਤਾਂ ਮੇਰੇ ਖਿਆਲ ਮੁਤਾਬਕ 10 ਚੀਜ਼ਾਂ, 10 ਪੁਆਇੰਟ ਐਸੇ ਹੈਗੇ ਨੇ ਜਿਹੜੇ ਕਿ ਹਮੇਸ਼ਾ ਡਿਸਪਲਿਨ ਦੇ ਵਿੱਚ ਰੱਖਣ ਦੇ ਲਈ ਸਾਨੂੰ ਕਹਿ ਲਓ ਵੀ ਸਹਾਈ ਹੋ ਸਕਦੇ ਨੇ। ਵੈਸੇ ਤਾਂ ਜਿਹੜੇ ਡਾਕਟਰ ਆਸਾ ਸਿੰਘ ਜੀ ਉਹਨਾਂ ਨੇ ਵੀ ਔਰ ਪੁਸ਼ਪਿੰਦਰ ਕੌਰ ਜੀ ਨੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਇਹਨਾਂ ਪੁਆਇੰਟਸ ਨੂੰ ਰੈਫਰ ਕੀਤਾ, ਪਰ ਮੈਂ ਜਰਾ ਬਰੀਫ ਦੇ ਵਿੱਚ ਦੁਆਰਾ ਪੜ੍ਹ ਦਿੰਦਾ। ਸਭ ਤੋਂ ਪਹਿਲਾਂ ਕਿ ਸ਼ੋ ਐਂਡ ਟੈਲ, ਇਹ ਸਾਨੂੰ ਦਿਖਾਉਣ ਅਤੇ ਦੱਸਣ ਦੀ ਜਿਹੜੀ ਵਿਧੀ ਹੈ ਉਹ ਸਾਨੂੰ ਅਪਣਾਉਣੀ ਚਾਹੀਦੀ ਹੈ ਹਰੇਕ ਇੰਸਟੀਟਿਊਸ਼ਨ ਸਕੂਲ ਦੇ ਵਿੱਚ ਟੀਚਰਸ ਨੂੰ। ਸੈਟ ਟਾਈਮਸ, ਸਾਨੂੰ ਇੱਕ ਟਾਈਮ ਦੀ ਇੰਪੋਰਟੈਂਸ ਜਿਹੜੀ ਹੈਗੀ ਹੈ, ਇੱਕ ਟਾਈਮ ਦੇ ਵਿੱਚ ਕੰਮ ਕਰਨਾ, ਟਾਈਮ ਦੇ ਵਿੱਚ ਹਰ ਇੱਕ ਚੀਜ਼ ਕਰਨੀ, ਉਹ ਸਿਖਾਉਣ ਦੀ ਲੋੜ ਹੈ। ਔਰ ਉਸ ਤੋਂ ਬਾਅਦ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਕੰਸੀਕੁਐਂਸਿਸ ਕੀ ਹੋਣਗੇ ਜੇ ਤੁਸੀਂ ਇਸ ਰੂਲਸ ਰੈਗੂਲੇਸ਼ਨਸ ਜਾਂ ਤੁਹਾਨੂੰ ਦੱਸਿਆ ਗਿਆ ਉਸ ਦੀ ਵਾਇਓਲੇਸ਼ਨ ਕਰਦੇ ਹੋ। ਤੇ ਇੱਕ ਜਿਹੜੀ ਚੀਜ਼ ਪਹਿਲਾਂ ਬੇਸਿਕ ਕਹਿ ਚੁੱਕੇ ਨੇ ਉਹ ਬਹੁਤ ਇੰਪੋਰਟੈਂਟ ਹੈ ਮੇਰੇ ਹਿਸਾਬ ਨਾਲ ਵੀ, ਕਿ ਬੱਚੇ ਨੂੰ ਸੁਣਨ ਦੀ ਔਰ ਬੱਚੇ ਨੂੰ ਸੁਣਾਉਣ ਦੀ ਜਿਹੜੀ ਵਿਧੀ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ। ਡਾਕਟਰ ਰਵਿੰਦਰ ਢਿੱਲੋਂ ਨੇ ਵੀ ਕਿਹਾ ਕਿ ਜਿਹੜਾ ਕਮਿਊਨੀਕੇਸ਼ਨ ਹੈ ਨਾ ਉਹ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਟੀਚਰ ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹੀ ਇਹ ਹੈ ਕਿ ਤੁਸੀਂ ਹਾਊ ਯੂ ਕੈਨ ਕਮਿਊਨੀਕੇਟ ਬਰੀਫਲੀ ਔਰ ਇਫੈਕਟਿਵਲੀ ਵਿਦ ਦਾ ਸਟੂਡੈਂਟਸ। ਉਸ ਦੇ ਉੱਤੇ ਸਾਨੂੰ ਖਾਸ ਤੌਰ ਤੇ ਦੀ ਲੋੜ ਹੈ। ਉਹਦੇ ਵਿੱਚ ਜਿੱਦਾਂ ਡਾਕਟਰ ਆਸਾ ਸਿੰਘ ਜੀ ਨੇ ਵੀ ਗੱਲ ਕੀਤੀ ਸੀ ਕਿ ਟ੍ਰੇਨਿੰਗ ਲੈਣੀ ਪਵੇ ਜਾਂ ਰਿਫਰੈਸ਼ਰ ਕੋਰਸ ਲਾਏ ਜਾਣ, ਉਹਦੇ ਮਾਧਿਅਮ ਰਾਹੀਂ ਸਾਨੂੰ ਇਹ ਇਫੈਕਟਿਵ ਬਣਾਉਣੀ ਚਾਹੀਦੀ ਹੈ। ਇੱਕ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਅੱਜ ਮਿਸਿੰਗ ਹੁੰਦਾ ਜਾ ਰਿਹਾ, ਉਹ ਹੈ ਆਈ ਟੂ ਆਈ ਕੰਟੈਕਟ, ਕਿ ਬੱਚੇ ਦੀ ਕਲਾਸਰੂਮ ਦਾ ਸਟਰੈਂਥ ਓਨੀ ਹੋਣੀ ਚਾਹੀਦੀ ਹੈ ਕਿ ਟੀਚਰਸ ਤੇ ਸਟੂਡੈਂਟ ਦਾ ਆਈ ਕੰਟੈਕਟ ਹੋਵੇ, ਤਾਂ ਕਿ ਸਟੂਡੈਂਟ ਔਰ ਟੀਚਰਸ ਆਪਸ ਵਿੱਚ ਹੀ ਕਮਿਊਨੀਕੇਟ ਕਰ ਸਕਣ। ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਮੈਂ ਸਮਝਦਾ ਇਸ ਦੇ ਵਿੱਚ ਹੈ। ਇੱਕ ਹੈਗਾ ਕਿ ਜਦੋਂ ਵੀ ਕੋਈ ਬੱਚਾ ਚੰਗੀ ਚੀਜ਼ ਕਰਦਾ ਹੈ ਸਕੂਲ ਦੇ ਵਿੱਚ, ਕਲਾਸ ਦੇ ਵਿੱਚ, ਤਾਂ ਉਸ ਨੂੰ ਉਸ ਦੀ ਪ੍ਰਮਾਣਤਾ ਹੋਣੀ ਚਾਹੀਦੀ ਹੈ ਔਰ ਉਸ ਨੂੰ ਰਿਵਾਰਡ ਕਰਨਾ ਚਾਹੀਦਾ, ਜਿਸ ਦੇ ਨਾਲ ਬਾਕੀਆਂ ਦੇ ਲਈ ਉਹ ਇੱਕ ਐਗਜ਼ਾਮਪਲ ਬਣ ਜਾਵੇ। ਇੱਕ ਜਿਹੜੀ ਚੀਜ਼ ਹੈਗੀ ਆ ਉਹ ਹੈ ਨੋ ਵੈਨ ਨਾਟ ਟੂ ਰਿਸਪੌਂਡ। ਬੜੀ ਅੱਛੀ, ਕਈ ਜਗ੍ਹਾ ਨਾ ਸਾਡੇ ਲਾਅ ਦੇ ਵਿੱਚ ਇੱਕ ਸ਼ਬਦ ਵੀ ਹੁੰਦਾ ਜਿਹਨੂੰ ਪੰਜਾਬੀ ਜੇ ਕਰੀ ਸ਼ਬਦ ਉਹਦਾ ਮੀਨਿੰਗ ਤਾਂ ਅਨਡਿਟ ਹੁੰਦਾ। ਕਈ ਵਾਰੀ ਸਾਨੂੰ ਟੀਚਰਸ ਨੂੰ ਅਨਡਿਟ ਕਰਨਾ ਚਾਹੀਦਾ ਹੈ ਸਟੂਡੈਂਟਸ ਨੂੰ ਸੁਧਾਰਨ ਦੇ ਲਈ। ਡਰ ਜ਼ਿਆਦਾ ਚੰਗਾ ਪਨਿਸ਼ਮੈਂਟ ਦੇਣ ਦੇ ਨਾਲੋਂ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿ ਬਾਅਦ ਦੇ ਵਿੱਚ। ਇਸ ਕਰਕੇ ਇਹ ਬੜਾ ਜ਼ਰੂਰੀ ਹੈ। ਬੀ ਪ੍ਰੀਪੇਅਰਡ, ਦਾ ਲਾਸਟ ਪੁਆਇੰਟ, ਬੀ ਪ੍ਰੀਪੇਅਰਡ ਫॉर ਦਾ ਟਰਬਲ। ਪਰ ਜੇ ਅਨੁਸ਼ਾਸਨ ਕੋਈ ਬੱਚਾ ਇੰਨਾ ਕਰਦਾ ਜਾਂ ਕੋਈ ਟੀਚਰ ਇੰਨਾ ਕਰਦਾ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜਾ ਹੈਡ ਆਫ ਦੀ ਇੰਸਟੀਟਿਊਸ਼ਨ ਹੈ ਜਾਂ ਜੋ ਕੰਸਰਨਡ ਪਰਸਨ ਹੈ, ਹੀ ਸ਼ੁੱਡ ਬੀ ਪ੍ਰੀਪੇਅਰਡ ਟੂ ਟੇਕ ਐਕਸ਼ਨ ਅੰਡਰ ਦੈਟ ਸਰਕਮਸਟੈਂਸਸ। ਉਹ ਐਗਜ਼ਾਮਪਲਰੀ ਤੌਰ ਤੇ ਵੀ ਹੋਣਾ ਚਾਹੀਦਾ। ਹੁਣ ਕੁਐਸਚਨ ਇਹ ਹੈ ਕਿ ਜੇ ਡਿਸਪਲਿਨ ਐਨਫੋਰਸ ਕਰਨ ਦੇ ਲਈ ਸਾਨੂੰ ਕਿਹੜੀਆਂ ਸਟ੍ਰੈਟਜੀਜ਼ ਜਾਂ ਜਿਹੜੇ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ। ਇਨ ਫੈਕਟ 3 ਟਾਈਪਸ ਆਫ ਡਿਸਪਲਿਨਸ ਆਪਾਂ ਕਰ ਸਕਦੇ ਹਾਂ, ਉਹਨੂੰ ਡਿਵਾਈਡ ਕਰ ਸਕਦੇ ਹਾਂ। ਸਭ ਤੋਂ ਪਹਿਲਾ ਹੈ ਪ੍ਰੀਵੈਂਟਿਵ ਡਿਸਪਲਿਨ, ਦੂਸਰਾ ਹੈ ਸਪੋਰਟਿਵ ਡਿਸਪਲਿਨ, ਤੀਜਾ ਹੈ ਕਰੈਕਟਿਵ ਡਿਸਪਲਿਨ। ਪ੍ਰੀਵੈਂਟਿਵ ਡਿਸਪਲਿਨ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੇ ਸਕੂਲ ਹੈ ਜਾਂ ਕਾਲਜ ਹੈ, ਉੱਥੇ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਉਹ ਬੜੇ ਅੱਛੇ ਤਰੀਕੇ ਨਾਲ ਡਿਸਪਲੇ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਐਕਸਪਲੇਨ ਕਰਨਾ ਚਾਹੀਦਾ। ਤੋ ਦੂਸਰਾ ਜਿਹੜਾ ਪੁਆਇੰਟ ਹੈ ਉਹ ਸਟੂਡੈਂਟਸ ਦੇ ਨਾਲ ਸਟੂਡੈਂਟਸ ਨੂੰ ਰਿਮਾਈਂਡ ਟਾਈਮ ਟੂ ਟਾਈਮ ਕਰਾਉਣਾ ਚਾਹੀਦਾ। ਆਪਾਂ ਨੂੰ ਪਤਾ ਹੀ ਹੈ ਕਿ ਮੇਰੇ ਸਕੂਲ ਦੇ ਵਿੱਚ ਭਾਵੇਂ ਕਿ ਉੱਥੇ ਮੇਰਾ ਖਿਆਲ ਹੈ 2,500 ਦੇ ਵਿੱਚ ਸਟੂਡੈਂਟ ਸੀਗੇ, AS ਹਾਇਰ ਸੈਕੰਡਰੀ ਸਕੂਲ ਖੰਨਾ, ਲੇਕਿਨ ਉੱਥੇ ਜਿਹੜੇ ਹੈਡਮਾਸਟਰ ਸਾਹਿਬ ਸੀਗੇ ਉਸ ਟਾਈਮ ਪ੍ਰਿੰਸੀਪਲ ਮਦਨ ਗੋਪਾਲ ਚੋਪੜਾ ਜੀ, ਉਹ ਹਮੇਸ਼ਾ ਆਪ ਡੇਲੀ ਸਵੇਰੇ ਮਾਰਨਿੰਗ ਗੈਦਰਿੰਗ, ਜਿਹਨੂੰ ਕਹਿੰਦੇ ਸੀ ਮਾਰਨਿੰਗ ਅਸੈਂਬਲੀ ਕਹਿੰਦੇ ਸੀ, ਉੱਥੇ ਇੱਕ ਤਾਂ ਐਕਸਰਸਾਈਜ਼ ਜਨਰਲੀ ਕੀਤੀ ਜਾਂਦੀ ਸੀ 15 ਤੋਂ 20 ਮਿੰਟ ਤੱਕ। ਇੱਕ
ਪ੍ਰਿੰਸੀਪਲ ਮਦਨ ਗੋਪਾਲ ਚੋਪੜਾ ਜੀ ਹਮੇਸ਼ਾ ਲੈਕਚਰ ਕਰਿਆ ਕਰਦੇ ਸੀ 10 ਤੋਂ 15 ਮਿੰਟ ਦਾ, ਔਰ ਉਹ ਲੈਕਚਰ ਸਾਰੇ ਦਿਨ ਦੇ ਲਈ ਇੱਕ ਲਾਈਨ ਡਰਾ ਕਰ ਦਿੰਦਾ ਸੀ। ਉਹਦੇ ਵਿੱਚ ਉਹ ਮੋਰਲ ਵੈਲਿਊਜ਼ ਦੀ ਵੀ ਗੱਲ ਕਰਦੇ ਸੀ, ਉਸ ਦੇ ਵਿੱਚ ਉਹ ਡਿਸਪਲਿਨ ਦੀ ਵੀ ਗੱਲ ਕਰਦੇ ਸੀ, ਉਸ ਦਿਨ ਦੇ ਸਾਰੀ ਜੋ ਆਪਣੀ ਕਹਿ ਲਓ ਐਕਟੀਵਿਟੀਜ਼ ਉਹ ਸਾਰਾ ਹੁੰਦਾ ਸੀ। ਸੋ ਇਹ ਇੱਕ ਜਿਹੜਾ ਮੇਰੇ ਖਿਆਲ 'ਚ ਬਹੁਤ ਹੀ ਚੰਗਾ, ਕਾਫੀ ਸਕੂਲਾਂ 'ਚ ਮੈਨੂੰ ਪਤਾ ਵੀ ਇਹ ਕੀਤਾ ਵੀ ਜਾ ਰਿਹਾ, ਔਰ ਉਹਨੂੰ ਇਫੈਕਟਿਵ ਤਰੀਕੇ ਨਾਲ ਕੀਤਾ ਜਾਵੇ ਤਾਂ ਹੋਰ ਚੰਗਾ ਹੈਗਾ। ਇੱਕ ਜਿਹੜੀ ਚੀਜ਼ ਹੈਗੀ ਹੈ ਇਹਦੇ ਵਿੱਚ ਪ੍ਰੀਵੈਂਟਿਵ ਉਹਦੇ ਵਿੱਚ ਕਿ ਜਿਹੜੇ ਸਟੂਡੈਂਟਸ ਅੱਛੇ ਨੇ ਉਹਨਾਂ ਨੂੰ, ਜਦੋਂ ਮੈਂ ਪਹਿਲਾਂ ਵੀ ਕਹਿ ਚੁੱਕਿਆ, ਉਹਨਾਂ ਨੂੰ ਰਿਵਾਰਡ ਦੇਣਾ ਵੀ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਜਿਹੜੀ ਹੈਗੀ ਹੈ ਉਹ ਹੈਗਾ ਮੇਕਿੰਗ ਸ਼ੋਰ ਦੈਟ ਈਚ ਸਟੂਡੈਂਟ ਇਜ਼ ਕਲੀਅਰਲੀ ਵਿਜ਼ੀਬਲ ਟੂ ਦਾ ਟੀਚਰ, ਆਈ ਟੂ ਆਈ ਕੰਟੈਕਟ ਵਾਲੀ ਗੱਲ ਹੈਗੀ ਹੈ। ਆਸਕਿੰਗ ਪੇਰੈਂਟਸ ਟੂ ਸਾਈਨ ਦਾ ਲਿਸਟ ਆਫ ਕਲਾਸਰੂਮ ਰੂਲਸ, ਕਿ ਪੇਰੈਂਟਸ ਨੂੰ ਵੀ ਸਾਨੂੰ ਇਹਨਾਂ ਤੋਂ ਅਵੇਅਰ ਕਰਵਾ ਦੇਣਾ ਚਾਹੀਦਾ ਜੋ ਰੂਲਸ ਰੈਗੂਲੇਸ਼ਨਸ ਹੈਗੇ ਨੇ। ਇਨਵੋਲਵਿੰਗ ਦਾ ਸਕੂਲ ਐਡਮਿਨਿਸਟ੍ਰੇਟਰਸ ਇਨ ਰੂਲਸ ਐਨਫੋਰਸਮੈਂਟ, ਮੈਂ ਪਹਿਲਾਂ ਜਿਹੜੀ ਗੱਲ ਕਰ ਚੁੱਕਿਆ ਕਿ ਮੈਨੇਜਮੈਂਟ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ। ਦੂਸਰਾ ਹੈਗਾ ਸਪੋਰਟਿਵ, ਨੈਕਸਟ ਸਟੈਪ ਹੈ ਸਪੋਰਟਿਵ ਡਿਸਪਲਿਨ ਦੇ ਵਿੱਚ ਹੈਗਾ। ਦ ਟੀਚਰਸ immediate and the teacher should be immediate and confident reaction to disruptive behavior। ਜੇ ਕੋਈ ਅਨੁਸ਼ਾਸਨਹੀਨਤਾ ਕਰਦਾ ਤਾਂ ਟੀਚਰ ਦਾ ਜਿਹੜਾ ਰਿਐਕਸ਼ਨ ਹੈ ਬਹੁਤ ਹੀ ਕੌਨਫੀਡੈਂਸ ਵਾਲਾ ਔਰ ਬਹੁਤ ਹੀ ਕਹਿ ਲਓ ਵੀ ਇਮੀਡੀਏਟ ਹੋਣਾ ਚਾਹੀਦਾ ਹੈ। ਔਰ ਦੂਸਰੀ ਗੱਲ ਇਹ ਹੈ ਕਿ ਰਿਮਾਈਂਡਿੰਗ ਦਾ ਸਟੂਡੈਂਟਸ ਆਫ ਦਾ ਰੂਲਸ ਅਗੇਨ ਐਂਡ ਅਗੇਨ, ਵਰਬਲ ਵਾਰਨਿੰਗ ਹੋਣੀ ਚਾਹੀਦੀ ਹੈ, ਨਾਨ ਵਰਬਲ ਵਾਰਨਿੰਗ ਹੋਣੀ ਚਾਹੀਦੀ ਹੈ। ਔਰ ਲਾਸਟ ਜੇ ਇਹ ਸਾਰੇ ਫੇਲ ਹੋ ਜਾਂਦੇ ਨੇ ਫਿਰ ਉਸ ਦੇ ਵਿੱਚ ਆਉਂਦਾ ਸਾਡਾ ਕਰੈਕਟਿਵ ਡਿਸਪਲਿਨ। ਕਰੈਕਟਿਵ ਡਿਸਪਲਿਨ ਦੇ ਵਿੱਚ ਖਾਸ ਤੌਰ ਤੇ ਮੈਂ ਬਾਕੀ ਸਾਰੇ ਪੁਆਇੰਟ ਛੱਡ ਦਿੰਦਾ ਟਾਈਮ ਸਟੇਟ ਕਰਕੇ, ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਦਾ। ਕਈ ਵਾਰੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੀ ਜੇ ਸਟੂਡੈਂਟ ਕਲਾਸਰੂਮ ਦੇ ਵਿੱਚ ਅਨੁਸ਼ਾਸਨ ਤਾਂ ਕਰਦਾ ਤਾਂ ਉਹਨੂੰ ਕੱਢ ਦਿਓ, ਲੇਕਿਨ ਮੈਂ ਆਪਣੀ ਜ਼ਿੰਦਗੀ 'ਚ ਐਜ਼ ਪ੍ਰਿੰਸੀਪਲ ਜਾਂ ਐਜ਼ ਵਾਈਸ ਚਾਂਸਲਰ, ਐਜ਼ ਏ ਟੀਚਰ ਵੀ ਹਮੇਸ਼ਾ ਇੱਕ ਗੱਲ ਇਹ ਕਹਿੰਦਾ ਰਿਹਾ ਕਿ ਸਟੂਡੈਂਟ ਨੂੰ ਜੇ ਤੁਸੀਂ ਐਟ ਦਾ ਫਸਟ ਸਟੇਜ ਹੀ ਇਨੀਸ਼ੀਅਲ ਸਟੇਜ ਤੇ ਜੇ ਕਲਾਸ ਚੋਂ ਕੱਢਤਾ, ਇਟ ਇਜ਼ ਨਾਟ ਫੇਲਿਅਰ ਆਫ ਸਟੂਡੈਂਟ, ਇਟ ਇਜ਼ ਫੇਲਿਅਰ ਆਫ ਦਾ ਟੀਚਰ ਹਿਮਸੈਲਫ ਔਰ ਹਰਸੈਲਫ। ਹਮੇਸ਼ਾ ਟੀਚਰ ਦੇ ਵਿੱਚ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਹੀ ਸ਼ੁੱਡ ਹੈਵ ਅ ਕੌਨਫੀਡੈਂਸ ਟੂ ਕਨਵਿੰਸ the student of his or her fault ਜਾਂ ਉਹਦਾ ਅਨੁਸ਼ਾਸਨਹੀਨਤਾ ਜਿਹੜੀ ਕੀਤੀ ਹੈ ਉਹਨੂੰ ਕਰੈਕਟਿਵ ਕਰਨ ਦੇ ਲਈ ਉਹਦੇ ਕੋਲ ਇੰਨੀ ਕਨਵਿੰਸਿੰਗ ਪਾਵਰ ਹੋਣ ਦੀ ਲੋੜ ਹੈ। ਔਰ ਜੇ ਟੀਚਰ ਆਪ ਅਨੁਸ਼ਾਸਨ ਕਰੇਗਾ ਤਾਂ ਮੇਰਾ ਖਿਆਲ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਉਹਨੂੰ ਡਿਫੀਕਲਟੀ ਨਹੀਂ ਆਏਗੀ। ਸੋ ਇਸ ਤੋਂ ਬਾਅਦ ਜਿਹੜੇ ਮੈਂ ਸਟ੍ਰੈਸ ਕਰਨਾ ਚਾਹੂੰਗਾ ਉਹ ਹੈਗੇ ਜਿਹੜੇ 4 ਇਫੈਕਟਿਵ ਵੇਜ਼ ਨੇ ਜਿਹੜੇ to enforce that discipline। ਸਭ ਤੋਂ ਪਹਿਲਾਂ ਹੈ ਕਿ ਸਾਨੂੰ we should encourage the positive academic performance। ਇਹ students and teachers ਦੋਨਾਂ ਦੇ ਲਈ ਬਹੁਤ ਜ਼ਰੂਰੀ ਹੈ to encourage positive academic performance। ਇੱਕ ਦੂਸਰਾ ਹੈ help students to stay more focused on their goals। ਇਹ ਜਿੱਦਾਂ ਹੁਣੇ ਗੱਲ ਕਰਕੇ ਚੁੱਕੇ ਨੇ ਡਾਕਟਰ ਜਸਵਿੰਦਰ ਸਿੰਘ ਜੀ ਹੋਣੀ ਕਿ ਜੇ ਕੋਈ ਭੰਗੜੇ ਵਾਲੇ ਪਾਸੇ, ਕੋਈ ਆਰਟਸ ਵਾਲੇ ਪਾਸੇ ਜਾਣਾ ਚਾਹੁੰਦਾ ਜਾਂ ਕੋਈ ਆਪਣਾ ਮਿਊਜ਼ਿਕ ਵਾਲੇ ਪਾਸੇ ਜਾਣਾ ਚਾਹੁੰਦਾ, ਜੇ ਸਟੂਡੈਂਟ ਦੀ ਉਧਰ ਨੂੰ ਹੈ ਤਾਂ ਸਾਨੂੰ ਉਹਦੇ ਫੋਕਸ ਕਰਨ, ਸਟੂਡੈਂਟ ਨੂੰ ਅਲਾਓ ਕਰਨਾ ਚਾਹੀਦਾ ਕਿ ਉਧਰ ਫੋਕਸ ਕਰੇ। ਆਮ ਸਾਡੇ ਪੇਰੈਂਟਸ ਵਿੱਚ ਵੀ ਇਹੀ ਗੱਲ ਹੁੰਦੀ ਹੈ ਕਿ ਜੀ ਡਾਕਟਰੀ ਕਰੋ ਤੁਸੀਂ ਜਾਂ ਇੰਜੀਨੀਅਰ ਬਣੋ ਤੁਸੀਂ। ਨੋ, ਜਿਸ ਪਾਸੇ ਸਟੂਡੈਂਟ ਦਾ ਆਪਣਾ ਇੰਟਰਸਟ ਹੈ ਉੱਥੇ ਉਹਨੂੰ ਫੋਕਸ ਕਰਨ ਦੀ ਇਜਾਜ਼ਤ ਦੇਵੋ ਔਰ ਲੈਟ ਹਿਮ ਐਕਸੈਲ ਇਨ ਦੈਟ ਫੀਲਡ ਇਟਸੈਲਫ। ਤੇ ਤੀਸਰਾ ਪੁਆਇੰਟ ਹੈਗਾ ਲਿਮਿਟ ਪ੍ਰੋਬਲਮਸ ਵਿਦ ਨੈਗੇਟਿਵ ਪੀਅਰ ਪ੍ਰੈਸ਼ਰਸ, ਸਾਨੂੰ ਇਹ ਬਹੁਤ ਜ਼ਰੂਰੀ ਹੈ। ਤੇ ਚੌਥਾ ਹੈਗਾ ਕ੍ਰੀਏਟਸ ਏ ਸੇਫ ਇਨਵਾਇਰਨਮੈਂਟ ਫॉर ਸਟੂਡੈਂਟਸ। ਇਨਵਾਇਰਨਮੈਂਟ ਸੇਫ ਇੰਸ਼ੋਰ ਕਰਨ ਦੇ ਲਈ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਜਿਹੜੀ ਰੀੜ੍ਹ ਦੀ ਹੱਡੀ ਉਹ ਡਿਸਪਲਿਨ ਹੈਗੀ ਹੈ। ਐਂਡ ਦੇ ਵਿੱਚ ਮੈਂ ਇੱਕ ਸਟੋਰੀ ਤੁਹਾਨੂੰ ਸ਼ੇਅਰ ਕਰੂੰਗਾ ਆਪਣੀ ਲਾਈਫ ਦੀ। ਮੇਰਾ ਖਿਆਲ ਹੈ ਉਹ ਜਿੰਨੇ ਵੀ ਪੁਆਇੰਟ ਸਾਰੇ ਸਾਡੇ ਅੱਜ ਮੇਨ ਸਪੀਕਰਸ ਨੇ ਦੱਸੇ ਨੇ, ਚਾਹੇ ਉਹ ਡਾਕਟਰ ਭੱਟ ਹੋਣ, ਚਾਹੇ ਪੁਸ਼ਪਿੰਦਰ ਕੌਰ ਜੀ ਹੋਣ ਜਾਂ ਅਰਵਿੰਦਰ ਢਿੱਲੋਂ ਜੀ ਹੋਣ ਜਾਂ ਬੇਅੰਤ ਕੌਰ ਜੀ ਹੋਣ ਜਾਂ ਜਸਵਿੰਦਰ ਸਿੰਘ ਜੀ ਹੋਣ, ਮੇਰਾ ਖਿਆਲ ਉਹ ਸਾਰੇ ਕਾਫੀ ਉਹਦੇ ਵਿੱਚ ਹੋ ਜਾਣਗੇ ਜੋ ਪਰਸਨਲੀ ਮੇਰੇ ਨਾਲ ਆਪਣੀ ਸਟੋਰੀ ਹੈ। ਸਾਡੇ ਇੱਕ ਮਾਸਟਰ ਹੋਇਆ ਕਰਦੇ ਸੀ, ਬਹੁਤ ਹੀ ਰਿਸਪੈਕਟਡ ਮਾਸਟਰ ਜਿਨ੍ਹਾਂ ਨੂੰ ਮੈਂ ਹਮੇਸ਼ਾ ਯਾਦ ਕਰਦਾ, ਮੁਖਤਾਰ ਸਿੰਘ ਜੀ। ਕਲਾਸ ਦੇ ਵਿੱਚ ਇੱਕ ਦਿਨ ਉਹ ਆਏ, ਪਤਾ ਨਹੀਂ ਕੀ ਸੀ ਉਹਨਾਂ ਦੇ ਦਿਲ ਦੇ ਵਿੱਚ, ਉਹ ਕਹਿਣ ਲੱਗੇ ਵੀ ਉਹ ਸਟੂਡੈਂਟ ਖੜੇ ਹੋ ਜਾਓ ਜਿਹੜੇ ਇੱਕ ਦੂਜੇ ਨਾਲ ਨਹੀਂ ਪੜ੍ਹਦੇ। ਆਪਾਂ ਜੇ ਸਾਡੀ ਇਹ ਸਮਝਾਂਗੇ ਕਿ ਜਿਹਨਾਂ ਆੜੀ ਥੂ ਕੀਤੀ ਹੋਈ ਉਹ ਖੜੇ ਹੋ ਜਾਓ। ਕਲਾਸ ਦੇ ਵਿੱਚ ਮੇਰਾ ਖਿਆਲ ਹੈ
14 ਸਟੂਡੈਂਟ ਖੜੇ ਹੋ ਗਏ ਜਿਨ੍ਹਾਂ ਦੇ ਆਪਸ ਵਿੱਚ ਹੀ ਨਹੀਂ ਇੱਕ ਦੂਜੇ ਨਾਲ ਬੋਲਦੇ ਸੀ, ਕਹਿ ਲਓ 7 ਜੋੜੇ ਬਣ ਗਏ। 7 ਜੋੜਿਆਂ ਦੇ ਵਿੱਚ ਉਹ ਕਹਿੰਦੇ ਵੀ ਆੜੀ ਪਾਓ ਇੱਕ ਦੂਜੇ ਨਾਲ, ਤੁਸੀਂ ਬਾਹਰ ਨਿਕਲੋ, ਜੱਫੀ ਪਾਓ ਤੇ ਇੱਕ ਦੂਜੇ ਦੇ ਨਾਲ ਤੁਸੀਂ ਕਹੋ ਵੀ ਅੱਗੇ ਨੂੰ ਅਸੀਂ ਕੋਈ ਸਾਡੀ ਆੜੀ ਥੋੜੀ ਹੈ। ਸਾਰੇ ਮੰਨ ਗਏ। ਮੇਰੇ ਦਿਮਾਗ 'ਚ ਪਤਾ ਨਹੀਂ ਕੀ ਫਤੂਰ ਕਹਿ ਲਓ, ਮੈਂ ਹੁਣ ਤਾਂ ਕਹੂੰਗਾ ਸਮਝਣ ਤੋਂ ਬਾਅਦ, ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਇਹ ਆੜੀ ਪਾਉਣੀ। ਅਗਲਾ ਸਟੈਪ ਕੋਈ ਪਨਿਸ਼ਮੈਂਟ ਕਹਿ ਲਓ, ਕਾਰਪੋਰਲ ਪਨਿਸ਼ਮੈਂਟ ਨਹੀਂ ਦਿੱਤੀ। ਮੈਨੂੰ ਮੁਖਤਿਆਰ ਸਿੰਘ ਜੀ ਕਹਿਣ ਲੱਗੇ ਕਿ ਤੂੰ ਬੇਟਾ ਫਿਰ ਇਹ ਆ ਵੀ ਅਗਲੇ ਕਲਾਸ ਦੇ ਅੱਗੇ ਭੁੰਜੇ ਬੈਠਿਆ ਕਰੇਗਾ ਮੇਰੀ ਕਲਾਸ ਦੇ ਵਿੱਚ। ਮੈਂ ਬੈਠਣਾ ਸ਼ੁਰੂ ਕਰਤਾ। 2-3 ਦਿਨਾਂ ਬਾਅਦ ਮੈਨੂੰ ਬੜਾ ਫੀਲ ਹੋਇਆ। ਮੈਂ ਆਪਣੇ ਫਾਦਰ ਸਾਹਿਬ ਨੂੰ ਦੱਸਿਆ। ਫਾਦਰ ਸਾਹਿਬ ਕਹਿੰਦੇ ਵੀ ਅੱਛਾ ਚਲੋ ਮੈਂ ਜਾ ਕੇ ਗੱਲ ਕਰਦਾ ਪ੍ਰਿੰਸੀਪਲ ਦੇ ਨਾਲ, ਜਾਣਦੇ ਸੀ। ਜਦੋਂ ਸਕੂਲ ਪਹੁੰਚੇ ਤਾਂ ਉੱਥੇ ਮਾਸਟਰ ਮੁਖਤਿਆਰ ਸਿੰਘ ਜੀ ਪਹਿਲਾਂ ਮਿਲ ਗਏ ਰਸਤੇ 'ਚ, ਉਹ ਜਾਣਦੇ ਸੀ। ਉਹ ਕਹਿੰਦੇ ਸਰਦਾਰ ਜੀ ਤੁਸੀਂ ਕਿੱਧਰ ਆਏ? ਕਹਿੰਦੇ ਜੀ ਮੇਰੇ ਲੜਕੇ ਨੂੰ ਕੋਈ ਮਾਸਟਰ ਹੈ, ਉਹ ਭੁੰਜੇ ਬਿਠਾਉਂਦਾ। ਮੇਰੀ ਵੀ ਹਿੰਮਤ ਨਹੀਂ ਸੀ ਕਿ ਮੈਂ ਕਹਿ ਸਕਾਂ ਫਾਦਰ ਸਾਹਿਬ ਨੂੰ ਕਿ ਇਹੀ ਮਾਸਟਰ ਨੇ, ਨਾ ਉਹਨਾਂ ਨੇ ਦੱਸਿਆ। ਉਹ ਕਹਿੰਦੇ ਕੋਈ ਨਹੀਂ ਜੀ, ਤੁਹਾਨੂੰ ਜਾਣ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਮੈਂ ਆਪਣੇ ਆਪ ਕਹਿ ਦੂੰਗਾ, ਆਪਣੇ ਆਪ ਅਰੇਂਜ ਕਰ ਦੂੰਗਾ, ਆਪਣੇ ਆਪ ਇਹਨੂੰ ਉੱਤੇ ਬਿਠਾ। ਚਲੇ ਕੇ ਜਾਣ ਤੋਂ ਪਹਿਲਾਂ ਫਾਦਰ ਸਾਹਿਬ ਨੂੰ ਕਹਿੰਦੇ ਜੀ ਤੁਹਾਨੂੰ ਇਹਨੇ ਗੱਲ ਦੱਸੀ ਹੈ ਬੇਟੇ ਨੇ ਤੁਹਾਡੇ ਨੇ ਵੀ ਗੱਲ ਕੀ ਹੋਈ ਹੈ? ਕਹਿੰਦੇ ਜੀ ਨਹੀਂ। ਕਹਿੰਦੇ ਕੋਈ ਨਹੀਂ। ਉਹਨਾਂ ਨੇ ਜੀ ਆਪਣੀ ਉਸ ਟਾਈਮ ਨਹੀਂ ਦੱਸਿਆ। ਉਹ ਬਾਅਦ ਦੇ ਵਿੱਚ ਸਾਡੇ ਫਾਦਰ ਸਾਹਿਬ ਦੇ ਕੋਲ ਚਲੇ ਗਏ। ਉਹਨਾਂ ਨੂੰ ਜਾ ਕੇ ਕਹਿੰਦੇ ਜੀ ਵੀ ਮੈਂ ਹੀ ਉਹ ਸੀਗਾ, ਮੈਂ ਬੇਟੇ ਸਾਹਮਣੇ ਤੁਹਾਡੇ ਜਾਣ ਕੇ ਨਹੀਂ ਗੱਲ ਕੀਤੀ, ਆਹ ਗੱਲ ਹੈ। ਮੈਂ ਉਹਨਾਂ ਨੂੰ ਕਿਹਾ ਸੀ ਗੱਲ ਕਰਨ ਦੇ ਲਈ, ਪਰ ਉਹ ਮੰਨੇ ਨਹੀਂ, ਇਸ ਕਰਕੇ ਭੁੰਜੇ ਬੈਠਣ ਨੂੰ ਮੈਂ ਉਹਨਾਂ ਨੂੰ ਕਿਹਾ। ਯਕੀਨ ਮੰਨਿਓ, ਮਾਸਟਰ ਦੀ ਕੁੱਟ ਤੋਂ ਤਾਂ ਮੈਂ ਬਚ ਗਿਆ। ਸਾਡੇ ਘਰ 'ਚ ਇੱਕ ਰੂਲ ਸੀ ਸਾਡੇ ਫਾਦਰ ਸਾਹਿਬ ਦਾ ਕਿ ਸ਼ਾਮ ਨੂੰ ਜਦੋਂ ਡਿਨਰ ਕਰਨਾ ਜਾਂ ਖਾਣਾ ਖਾਣਾ ਤਾਂ ਸਾਡੇ ਫਾਦਰ ਸਾਹਿਬ ਜਿੰਨਾ ਚਿਰ ਨਹੀਂ ਆਉਂਦੇ ਸੀ ਉਹਨਾਂ ਚਿਰ ਸਾਡਾ ਖਾਣਾ ਨਹੀਂ ਸੀ ਵਰਤਾਇਆ ਜਾਂਦਾ। ਫਾਦਰ ਸਾਹਿਬ ਆਉਂਦੇ ਸੀ, ਸ਼ੱਕਰ ਦਾ ਇੱਕ ਡੋਨਾ ਹੁੰਦਾ ਸੀ, ਉਹਦੇ 'ਚ ਘਿਓ ਪਾ ਕੇ ਮਿਕਸ ਕਰਕੇ ਸਭ ਨੂੰ ਦਿੰਦੇ ਸੀ ਤੇ ਸਾਰੇ ਇਕੱਠਾ ਖਾਣਾ ਖਾਂਦੇ ਸੀ। ਮੇਰਾ ਖਿਆਲ ਹੈ ਇਹ ਅੱਜ ਮਿਸਿੰਗ ਹੈ ਚੀਜ਼। ਉਸ ਟਾਈਮ ਦੇ ਉੱਤੇ ਉਹਨਾਂ ਨੇ ਖੜਾ ਕਰ ਲਿਆ ਮੈਨੂੰ ਕਿ ਖਾਣਾ ਬਾਅਦ 'ਚ ਖਾਵਾਂਗੇ। ਮੈਂ ਉਹਨਾਂ ਚਿਰ ਆਪ ਕਹਿੰਦੇ ਖਾਣਾ ਨਹੀਂ ਖਾਣਾ ਜਿੰਨਾ ਚਿਰ ਤੱਕ ਤੂੰ ਮੈਨੂੰ ਸੱਚ ਨਹੀਂ ਦੱਸਦਾ ਕਿ ਸੱਚ ਕੀ ਸੀ, ਤੈਨੂੰ ਕਿਉਂ ਭੁੰਜੇ ਬਿਠਾਉਂਦੇ ਸੀ। ਮੈਂ ਥੋੜਾ ਜਿਹਾ ਹੈਜ਼ੀਟੇਟ ਕੀਤਾ। ਟੀਚਰ ਦੀ ਕੁੱਟ ਤੋਂ ਬਚ ਗਿਆ, ਲੇਕਿਨ ਫਾਦਰ ਸਾਹਿਬ ਨੇ ਕਲਾਸ ਮੇਰੀ ਲਾ ਲਈ ਔਰ ਚੰਗੀ ਚੰਡਾਈ ਕਰਤੀ। ਇੱਥੇ ਹੁਣ ਮੈਂ ਸਟ੍ਰੈਸ ਇਸ ਸਟੋਰੀ ਦਾ ਸਾਰਾਂਸ਼ ਇਹ ਹੈ ਕਿ ਜੇ ਪੇਰੈਂਟਸ ਵੀ ਡਿਸਿਪਲਿਨ 'ਚ ਹੋਣ, ਟੀਚਰ ਵੀ ਡਿਸਿਪਲਿਨ 'ਚ ਹੋਣ, ਟੀਚਰ ਦੇ ਸਮਝਾਉਣ ਦਾ ਤਰੀਕਾ ਜਿਹੜਾ ਮੈਥਡ ਸੀਗਾ, ਪਿਆਰ ਵਾਲਾ ਮੈਥਡ, ਕਰੈਕਟਿਵ ਮੈਥਡ ਸੀ ਜਾਂ ਸਪੋਰਟਿਵ ਮੈਥਡ ਸੀ ਜਾਂ ਪ੍ਰੀਵੈਂਟਿਵ ਮੈਥਡ ਸੀ, ਇਹ ਸਾਰੇ ਤਾਂ ਮੇਰਾ ਖਿਆਲ ਹੈ ਅਸੀਂ ਬਹੁਤ ਹੀ ਵਧੀਆ ਡਿਸਿਪਲਿਨ ਲਿਆ ਸਕਦੇ ਹਾਂ। ਲਾਸਟ ਪੁਆਇੰਟ ਮੈਂ ਐਂਡ ਕਰੂੰਗਾ ਕਿ ਸਭ ਤੋਂ ਵੱਡੀ ਜ਼ਰੂਰਤ ਹੈ ਟੀਚਰ ਦੇ ਡਿਸਿਪਲਿਨ ਦੀ। ਜੇ ਟੀਚਰ ਦੇ ਡਿਸਿਪਲਿਨ ਨਹੀਂ ਹੈ ਤਾਂ ਉਹ ਇੰਸਟੀਟਿਊਸ਼ਨ ਚੱਲ ਨਹੀਂ ਸਕਦੀ। ਜੇ ਹੈਡ ਆਫ ਦੀ ਇੰਸਟੀਟਿਊਸ਼ਨ 'ਚ ਨਹੀਂ ਹੈ ਤਾਂ ਬਿਲਕੁਲ ਇਹ ਬਰਬਾਦ ਹੋ ਜਾਏਗੀ ਇੰਸਟੀਟਿਊਸ਼ਨ। 2 ਸ਼ਬਦਾਂ ਦੇ ਵਿੱਚ ਮੈਂ ਸਾਰਾ ਸੁਮੇਲ ਕਰੂੰਗਾ ਸਾਰੀ ਗੱਲ ਦਾ। ਟੀਚਰ ਔਰ ਹੈਡ ਆਫ ਦੀ ਇੰਸਟੀਟਿਊਸ਼ਨ ਦੀ ਕਹਿਣੀ ਤੇ ਕਰਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਪਹਿਲਾਂ ਦੱਸਿਆ ਵੀ ਜਾ ਸਕਿਆ ਦੇ ਆਰ ਦਾ ਰੋਲ ਮਾਡਲਸ, ਔਰ ਉਹਨਾਂ ਨੂੰ ਇਹ ਪ੍ਰੋਫੈਸ਼ਨ ਬਹੁਤ ਪਾਸ ਪ੍ਰੋਫੈਸ਼ਨ ਹੈ ਜਿਹੜਾ ਜ਼ਿੰਦਗੀ ਸੁਧਾਰਦਾ ਹੈ, ਜਿਹੜਾ ਜ਼ਿੰਦਗੀਆਂ ਬਣਾਉਂਦਾ ਹੈ। ਉਹਨਾਂ ਦੇ ਕਰੈਕਟਰ ਜਿਹੜਾ ਹੈ ਬਹੁਤ ਹੀ ਹਾਈ ਕਰੈਕਟਰ ਦੇ ਹੋਣੇ ਚਾਹੀਦੇ ਨੇ, ਔਰ ਉਹਨਾਂ ਦੀ ਨੌਲੇਜ ਔਨ ਦਾ ਸਬਜੈਕਟ ਹੋਣੀ ਚਾਹੀਦੀ ਹੈ, ਔਰ ਜੋ ਕਹਿੰਦੇ ਨੇ ਔਰ ਜੋ ਕਰਦੇ ਨੇ ਜ਼ਿੰਦਗੀ 'ਚ, ਚਾਹੇ ਉਹ ਜਿੱਦਾਂ ਡਾਕਟਰ ਪੁਸ਼ਪਿੰਦਰ ਜੀ ਨੇ ਗੱਲ ਕੀਤੀ ਸੀ ਕਿ ਸਿੰਪਲ ਕੱਪੜੇ ਹੋਣੇ ਚਾਹੀਦੇ ਨੇ। ਕਹਿਣ ਦਾ ਭਾਵ ਇਹ ਸੀ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਵਾਲਾ ਪ੍ਰਿੰਸੀਪਲ ਹਮੇਸ਼ਾ ਜ਼ਿੰਦਗੀ 'ਚ ਰੱਖਣਾ ਚਾਹੀਦਾ। ਕਦੇ ਟੀਚਰ ਦੀ ਰਿਸਪੈਕਟ ਹੋਏਗੀ। ਔਰ ਸਾਨੂੰ ਅੱਜ ਵੀ ਯਾਦ ਹੈ ਜਿਹੜੇ ਸਾਡੀ ਉਮਰ ਦੇ ਨੇ ਕਿ ਜਿਨ੍ਹਾਂ ਟੀਚਰਸ ਨੇ ਕਲਾਸ ਦੇ ਵਿੱਚ ਡਿਸਿਪਲਿਨ ਦੇ ਨਾਲ ਸਾਨੂੰ ਪੜ੍ਹਾਇਆ, ਜਿਨ੍ਹਾਂ ਨੇ ਸਾਨੂੰ ਕੌਨਸ਼ੀਅਸ ਕੀਤਾ ਹਰ ਗੱਲ ਦੇ ਲਈ, ਅਸੀਂ ਅੱਜ ਵੀ ਉਹਨਾਂ ਦੇ ਗੋਡੀ ਹੱਥ ਲਾਉਂਦੇ ਹਾਂ। ਔਰ ਦੂਸਰੇ ਉਹ ਟੀਚਰ ਨੇ ਜਿਨ੍ਹਾਂ ਨੇ ਕਲਾਸ ਦੇ ਵਿੱਚ ਆ ਕੇ ਗਾਣੇ ਸੁਣੇ ਜਾਂ ਆਪਣਾ ਟਾਈਮ ਆ ਕੇ ਕੱਢਿਆ ਸਿਰਫ ਤਨਖਾਹ ਤੱਕ ਸੀਮਤ ਰਹਿ ਗਏ, ਉਹਨਾਂ ਨੂੰ ਅਸੀਂ ਪਰੇ ਹੀ ਨਿਕਲ ਜਾਂਦੇ ਹਾਂ। ਸਾਰੇ ਮੇਰਾ ਖਿਆਲ ਇਹੀ ਕਰਦੇ ਨੇ। ਇੱਕ ਅੱਛੇ ਟੀਚਰ ਦੀ ਨਿਸ਼ਾਨੀ ਉਹ ਹੈ ਕਿ ਕਲਾਸ ਦੇ ਵਿੱਚ ਤੱਕ ਸੀਮਤ ਨਾ ਹੋ ਕੇ ਕਲਾਸ ਤੋਂ ਬਾਹਰ ਜ਼ਿੰਦਗੀ ਦੇ ਬਾਕੀ ਸਮੇਂ ਦੇ ਵਿੱਚ ਜਿੱਥੇ ਕਿੱਥੇ ਨਿਕਲਦੇ ਹੋਣ ਜਾ ਕੇ ਸਟੂਡੈਂਟ ਉਹਨਾਂ ਨੂੰ ਮਿਲਣ ਦੀ ਇੱਛਾ ਰੱਖਣ, ਉਹਨਾਂ ਦੇ ਗੋਡੀ ਪੈਰੀ ਹੱਥ ਲਾਉਣ ਦੀ ਕਰਨ। ਔਰ ਆਖਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਟੀਚਰ ਨੂੰ ਸਿਰਫ ਟੀਚਰ ਸਟੂਡੈਂਟ ਦੇ ਰਿਲੇਸ਼ਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਟੀਚਰ ਨੂੰ ਗੁਰੂ ਔਰ ਚੇਲੇ ਦਾ ਰਿਲੇਸ਼ਨਸ਼ਿਪ
अपनाना चाहिए ताकि वो एक अपने आप एक उच्च पदवी ते होने के बावजूद भी एक पुत वांगू एक चेले वांगू उस नूं शिक्षित कर सकन। इन्हां शब्दां दे नाल मैं सारिਆਂ ਦਾ फिर मुबारकबाद भी दिना, धन्यवाद भी करदा। थैंक